ਹੈਲੋ एवरीवन ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ। ਵੈਲਕਮ ਟੂ ਕਰੀਅਰ ਕੁਐਸਟ। ਤੇ ਤੁਸੀਂ ਪੰਜਾਬ ਦੇ ਗਵਰਨਮੈਂਟ ਐਗਜ਼ਾਮ ਦੀ ਪ੍ਰੈਪਰੇਸ਼ਨ ਬਹੁਤ ਅੱਛੇ ਤਰੀਕੇ ਦੇ ਨਾਲ ਪੂਰੀ ਸ਼ਿੱਦਤ ਦੇ ਨਾਲ ਕਰ ਰਹੇ ਹੋਵੋਗੇ। ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਡੇਲੀ ਬੇਸ ਦੇ ਉੱਤੇ ਜੋ ਆਪਣੀ ਮਾਡਰਨ ਹਿਸਟਰੀ ਹੈ ਉਸਨੂੰ ਕੰਪਲੀਟ ਕਰਨ ਦੇ ਲਈ ਇੱਕ ਸੀਰੀਜ਼ ਸਟਾਰਟ ਕੀਤੀ ਹੋਈ ਹੈ। ਸੋ ਉਹ ਸੀਰੀਜ਼ ਦਾ ਆਪਣਾ 6th ਲੈਕਚਰ ਹੈ ਜਿਹਦੇ ਵਿੱਚ ਆਪਾਂ ਮਾਡਰਨ ਹਿਸਟਰੀ ਨੂੰ ਇੱਕ ਸੀਕੁਐਂਸ ਦੇ ਵਿੱਚ ਇੱਕ ਸਟੋਰੀ ਦੇ ਵਿੱਚ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਅੱਜ ਜੋ ਆਪਣਾ ਲੈਕਚਰ 6th ਰਹੇਗਾ ਉਸ ਦੇ ਵਿੱਚ ਜਾਣ ਤੋਂ ਪਹਿਲਾਂ ਆਪਾਂ ਦੇਖ ਲਈਏ ਕਿ ਹੁਣ ਤੱਕ ਆਪਾਂ ਕੀ ਕਰਕੇ ਆ ਚੁੱਕੇ ਹਾਂ। ਆਪਾਂ ਦੇਖਿਆ ਕਿ ਯੂਰਪੀਅਨ ਡਿਫਰੈਂਟ ਯੂਰਪੀਅਨ ਪਾਵਰਸ ਇੰਡੀਆ ਦੇ ਵਿੱਚ ਆ ਚੁੱਕੀਆਂ ਸੀ। ਠੀਕ ਹੈ, ਸਭ ਤੋਂ ਪਹਿਲਾਂ ਪੁਰਤਗੀਜ਼ ਆਏ। ਠੀਕ ਹੈ, ਆਫਟਰ ਦੈਟ ਫਰਾਂਸ ਤੇ ਆਪਣੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ, ਇਹ ਤਿੰਨ ਮੋਸਟ ਇੰਪੋਰਟੈਂਟ ਜੋ ਯੂਰਪੀਅਨ ਕੰਟਰੀ ਸੀ ਜਾਂ ਯੂਰਪੀਅਨ ਪਾਵਰਸ ਇੰਡੀਆ ਦੇ ਵਿੱਚ ਆਈਆਂ ਨੇ। ਠੀਕ ਹੈ, ਪੋਰਟੁਗੀਜ਼, ਬ੍ਰਿਟਿਸ਼ਰਸ ਐਂਡ ਆਪਣੇ ਫਰਾਂਸ, ਇਹ ਮੋਸਟ ਇੰਪੋਰਟੈਂਟ ਨੇ। ਸੋ ਆਪਾਂ ਬ੍ਰਿਟਿਸ਼ਰਸ ਦੀ ਗੱਲ ਕਰੀਏ, ਇਹਨਾਂ ਨੇ 200 ਸਾਲ ਸਾਡੇ ਉੱਤੇ ਰਾਜ ਕੀਤਾ। ਬ੍ਰਿਟਿਸ਼ਰਸ ਤੇ ਫਰਾਂਸ ਦੇ ਵਿੱਚ ਤਿੰਨ ਇੰਪੋਰਟੈਂਟ ਬੈਟਲਸ ਹੋਈਆਂ ਸੀ। ਆਪਾਂ ਉਹਨਾਂ ਨੂੰ ਸਟੱਡੀ ਕੀਤਾ ਕਿ ਕਾਰਨੇਟਿਕ ਦੀਆਂ ਤਿੰਨ ਬੈਟਲਸ ਹੋਈਆਂ ਸੀ। ਕਦੋਂ ਹੋਈ ਸੀ? 1746 ਤੋਂ 1748 ਦੇ ਵਿੱਚ ਫਸਟ ਕਾਰਨੇਟਿਕ ਵਾਰ ਹੋਈ। ਦੈਨ 1748 ਤੋਂ ਆਪਣੀ 1754 ਤੱਕ ਹੋਈ ਤੇ ਦੈਨ 1756 ਤੋਂ 1763 ਤੱਕ ਆਪਣੀਆਂ ਤਿੰਨ ਕਾਰਨੇਟਿਕ ਵਾਰ ਹੋਈਆਂ। ਇਹਨਾਂ ਬਾਰੇ ਆਪਾਂ ਪੜ੍ਹ ਚੁੱਕੇ ਹਾਂ। ਆਫਟਰ ਦੈਟ ਆਪਾਂ ਬੈਟਲ ਆਫ ਪਲਾਸੀ ਬਾਰੇ ਪੜ੍ਹਿਆ ਸੀ। ਬੈਟਲ ਆਫ ਪਲਾਸੀ ਸਾਡੀ ਕਦੋਂ ਹੋਈ ਸੀ? ਇਹ ਹੋਈ ਸੀ 1757 ਤੇ ਆਫਟਰ ਦੈਟ ਆਪਾਂ ਬੈਟਲ ਆਫ ਬਕਸਰ ਬਾਰੇ ਪੜ੍ਹਿਆ, ਇਹ 1764 ਦੇ ਵਿੱਚ ਹੋਈ ਸੀ। ਇਲਾਹਾਬਾਦ ਦੀ ਟ੍ਰੀਟੀ ਪੜ੍ਹੀ ਸੀ ਜੋ 1765 ਦੇ ਵਿੱਚ ਹੋਈ ਸੀ। ਸੋ ਇਸ ਬੈਟਲ ਆਫ ਪਲਾਸੀ ਦੇ ਨਾਲ ਇਹ ਵਾਲਾ ਜੋ ਰੀਜ਼ਨ ਹੈ ਬੰਗਾਲ ਵਾਲਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਕੋਲ ਆ ਚੁੱਕਿਆ ਸੀ। ਕਾਰਨੇਟਿਕ ਦੀ ਬੈਟਲਸ ਦੇ ਨਾਲ ਕਾਰਨੇਟਿਕ ਵਾਲਾ ਰੀਜ਼ਨ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਕੋਲ ਆ ਚੁੱਕਿਆ ਸੀ। ਇਸ ਤੋਂ ਬਾਅਦ ਆਪਾਂ ਨਾਰਦਰਨ ਸਿਰਕਾਸ ਦੀ ਸਟੋਰੀ ਵੀ ਪੜ੍ਹ ਚੁੱਕੇ ਆ। ਨਾਰਦਰਨ ਸਿਰਕਾਸ ਤੋਂ ਬਾਅਦ ਆਪਾਂ ਮਾਈਸੌਰ ਦੀਆਂ ਚਾਰ ਬੈਟਲਸ ਕੀਤੀਆਂ ਸੀ। ਮਾਈਸੌਰ ਦੀਆਂ ਬੈਟਲਸ ਵੀ ਕਰ ਚੁੱਕੇ ਆ। ਮਾਈਸੌਰ ਦੀਆਂ ਬੈਟਲਸ ਕਦੋਂ ਹੋਈਆਂ ਸੀ? 1767 ਤੋਂ 1769 ਦੇ ਵਿੱਚ ਪਹਿਲੀ ਬੈਟਲ ਹੋਈ। ਦੈਨ 1780 ਟੂ 1784 ਤੱਕ ਸੈਕਿੰਡ ਬੈਟਲ ਹੋਈ ਸੀ। ਦੈਨ 1791 ਤੋਂ 92 ਤੱਕ ਥਰਡ ਬੈਟਲ ਹੋਈ। ਦੈਨ 1799 ਦੇ ਵਿੱਚ ਆਪਾਂ ਫੋਰਥ ਬੈਟਲ ਪੜ ਚੁੱਕੇ ਆ ਮਾਈਸੌਰ ਦੀਆਂ। ਦੈਨ ਮਾਈਸੌਰ ਦਾ ਰੀਜ਼ਨ ਜੋ ਕੈਪਚਰ ਕਰ ਲਿਆ ਸੀ। ਆਫਟਰ ਦੈਟ ਆਪਾਂ ਹੈਦਰਾਬਾਦ ਕਿਸ ਤਰੀਕੇ ਨਾਲ ਕੈਪਚਰ ਕੀਤਾ ਗਿਆ ਸੀ, ਸਬਸਿਡਰੀ ਅਲਾਈਅੰਸ ਬਾਰੇ ਪੂਰੀ ਡਿਟੇਲ ਦੇ ਵਿੱਚ ਪੜ੍ਹਿਆ। ਤੇ ਉਸ ਤੋਂ ਬਾਅਦ ਆਪਾਂ ਮਾਈਸੌਰ ਦੀਆਂ ਬੈਟਲਸ ਨੂੰ ਕੰਪਲੀਟ ਕੀਤਾ ਸੀ ਕਿ ਮਾਈਸੌਰ ਦੀਆਂ ਬੈਟਲ ਕਦੋਂ ਹੋਈਆਂ ਸੀ। ਤਿੰਨ ਬੈਟਲਸ ਆਪਾਂ ਮਰਾਠਾ ਦੀਆਂ ਪੜ੍ਹੀਆਂ ਤੇ ਮਰਾਠਾ ਨੂੰ ਕਿਵੇਂ ਕੈਪਚਰ ਕੀਤਾ ਗਿਆ। ਕੱਲ ਦੇ ਲੈਕਚਰ ਦੇ ਵਿੱਚ ਆਪਾਂ ਸਿੰਧ ਨੂੰ ਦੇਖਿਆ ਸੀ ਕਿ ਸਿੰਧ ਨੂੰ ਕਦੋਂ ਕੈਪਚਰ ਕੀਤਾ ਗਿਆ ਸੀ। 1839 ਦੇ ਵਿੱਚ ਸਿੰਧ ਨਾਲ ਸਬਸਿਡਰੀ ਅਲਾਈਅੰਸ ਸਾਈਨ ਕੀਤੀ ਸੀ ਤੇ 1843 ਦੇ ਵਿੱਚ ਸਿੰਧ ਨੂੰ ਐਨੈਕਸ ਕਰ ਲਿਆ ਗਿਆ ਸੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਦੁਆਰਾ। ਸਿੰਧ ਤੋਂ ਬਾਅਦ ਆਪਾਂ ਪੰਜਾਬ ਦੇ ਵਿੱਚ ਜਿਹੜੀਆਂ ਬੈਟਲਸ ਹੋਈਆਂ ਸੀ ਜਾਂ ਪੰਜਾਬ ਦਾ ਐਂਗਲੋ ਸਿੱਖ ਵਾਰ ਹੋਇਆ ਸੀ, ਉਸ ਤੋਂ ਬਾਅਦ ਪੰਜਾਬ ਨੂੰ ਵੀ ਲਾਰਡ ਡਲਹੌਜ਼ੀ ਨੇ 1849 ਦੇ ਵਿੱਚ ਡਿਕਲੇਅਰ ਕਰਤਾ ਸੀ ਕਿ ਜੋ ਅਸੀਂ ਪੰਜਾਬ ਨੂੰ ਕੀ ਕਰ ਲਿਆ, ਐਨੈਕਸ ਕਰ ਲਿਆ। ਹੁਣ ਪੂਰੇ ਦਾ ਪੂਰਾ ਆਲਮੋਸਟ ਇੰਡੀਆ ਸੀ ਜੋ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਕੈਪਚਰ ਕਰ ਲਿਆ ਸੀ। ਹੁਣ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਪੜਾਂਗੇ ਕਿ ਨੈਕਸਟ ਜਦੋਂ ਕੈਪਚਰ ਕਰ ਲਿਆ ਸੀ ਪੰਜਾਬ ਪੂਰੀ ਇੰਡੀਆ ਨੂੰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ, ਤਾਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਇੰਡੀਆ ਦੇ ਉੱਤੇ ਕੀ ਪ੍ਰਭਾਵ ਪੈਂਦਾ, ਕੀ ਡਿਫਰੈਂਟ ਇੰਪੈਕਟ ਹੁੰਦੇ ਨੇ ਇੰਡੀਆ ਦੇ ਉੱਤੇ ਬ੍ਰਿਟਿਸ਼ਰਸ ਦੇ। ਕਿਹਨਾਂ ਦੇ? ਬ੍ਰਿਟਿਸ਼ਰਸ ਦੇ। ਦੇਖਾਂਗੇ ਕਿ ਉਹਨਾਂ ਨੇ ਇੰਡੀਆ ਦੀ ਐਗਰੀਕਲਚਰ ਦੇ ਉੱਤੇ ਕੀ ਪ੍ਰਭਾਵ ਛੱਡਿਆ ਜਾਂ ਇੰਡੀਆ ਦੀ ਇੰਡਸਟਰੀ ਦੇ ਉੱਤੇ ਕੀ ਪ੍ਰਭਾਵ ਛੱਡਿਆ, ਇੰਡੀਆ ਦੇ ਵਿੱਚ ਕਿਸ ਤਰੀਕੇ ਦੀਆਂ ਡਿਵੈਲਪਮੈਂਟਸ ਕੀਤੀਆਂ, ਐਜ਼ ਵੈਲ ਐਜ਼ ਕਿਸ ਤਰੀਕੇ ਦੀਆਂ ਸੋਸ਼ਲ ਰਿਫਾਰਮਸ ਕੀਤੀਆਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ। ਜਸਟ ਆਪਾਂ ਪੂਰੀ ਥਿਓਰੀ ਨੂੰ ਪੂਰੀ PhD ਨਹੀਂ ਕਰਨੀ, ਦੈਟ ਜਸਟ ਆਪਾਂ ਕੀ ਕਰਨਾ ਹੈ, ਐਗਜ਼ਾਮ ਓਰੀਐਂਟਡ ਚੀਜ਼ਾਂ ਦੇ ਉੱਤੇ ਜ਼ੋਰ ਦੇਣਾ ਹੈ ਜੋ ਐਗਜ਼ਾਮ ਦੇ ਵਿੱਚ ਪੁੱਛੀਆਂ ਜਾ ਸਕਦੀਆਂ ਨੇ ਮਾਡਰਨ ਹਿਸਟਰੀ ਦੇ ਵਿੱਚੋਂ। ਸੋ ਇਹ ਜੋ ਲੈਕਚਰ ਹੈ ਬਹੁਤ ਇੰਪੋਰਟੈਂਟ ਰਹੇਗਾ। ਇੰਪੈਕਟ ਆਫ ਬ੍ਰਿਟਿਸ਼ ਰੂਲ, ਇੰਡੀਆ ਦੇ ਉੱਤੇ ਕੀ ਇੰਪੈਕਟ ਰਹੇ ਨੇ ਉਹਨਾਂ ਦੇ। ਸੋ ਡਿਫਰੈਂਟ ਕੈਟੇਗਰੀ ਦੇ ਵਿੱਚ ਉਹਨਾਂ ਦੇ ਡਿਫਰੈਂਟ ਫੀਲਡਸ ਦੇ ਵਿੱਚ ਕੀ ਉਹਨਾਂ ਦੇ ਇੰਪੈਕਟ ਰਹੇ ਨੇ। ਇੰਡੀਆ ਦੀ ਐਗਰੀਕਲਚਰ ਦੇ ਵਿੱਚ ਕੀ ਇੰਪੈਕਟ ਰਿਹਾ, ਕਮਰਸ਼ੀਅਲ ਐਂਡ ਇੰਡਸਟਰੀਅਲ ਏਰੀਆ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕੀ ਉਹਨਾਂ ਨੇ ਡਿਵੈਲਪਮੈਂਟਸ ਕੀਤੀਆਂ ਤੇ ਉਹਨਾਂ ਨੇ ਕਿਸ ਤਰੀਕੇ ਦੀਆਂ ਸੋਸ਼ਲ ਰਿਫਾਰਮਸ ਕੀਤੀਆਂ। ਸੋ ਆਪਾਂ ਲੈਟਸ ਸਟਾਰਟ ਕਰਦੇ ਹਾਂ ਐਗਰੀਕਲਚਰ ਦੇ ਨਾਲ ਕਿ ਐਗਰੀਕਲਚਰ ਦੇ ਉੱਤੇ ਕੀ ਪ੍ਰਭਾਵ ਰਹੇ ਨੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ।
ਸੋ ਅਗਰ ਇੰਡੀਆ ਦੀ ਐਗਰੀਕਲਚਰ ਦੇ ਉੱਤੇ ਪ੍ਰਭਾਵ ਦੇਖੇ ਜਾਣ ਤਾਂ ਉਹਨਾਂ ਨੇ ਇੰਡੀਆ ਦੀ ਐਗਰੀਕਲਚਰ ਦੇ ਵਿੱਚ ਡਿਫਰੈਂਟ ਸੈਟਲਮੈਂਟਸ ਕੀਤੀਆਂ। ਠੀਕ ਹੈ, एग्जाम पॉइंट ऑफ व्यू नाल 3 सैटलमेंट मोस्ट इंपॉर्टेंट है जो एग्जाम दे विच पुछिया जांदी है। पहली है जी परमानेंट सैटलमेंट, कदों कीती, क्यों कीती, की सी। ठीक है, नैक्सट कीती अपनी रायतवारी सैटलमेंट, कदों कीती गई, किसने कीती ते वो की सी, उहदे इंपैक्ट की रहे। नैक्सट है जी साडी माहलवारी सैटलमेंट, ये 3 तरीके दियां सैटलमेंट कीतियां गईयां किन्हां दे द्वारा, ब्रिटिश ईस्ट इंडिया कंपनी दे विच इंडिया दी एग्रीकल्चर नूं लैके। सब तो पहली सैटलमेंट की उन्होंने 1793 ਜਾਂ 1795 ਦੇ ਕਰੀਬ ਕੀਤੀ ਉਹਨਾਂ ਨੇ परमानेंट सैटलमेंट 1793 ਦੇ ਵਿੱਚ। ਰਾਇਤਵਾਰੀ सैटलमेंट ਇਹਨਾਂ ਨੇ 1820 ਦੇ ਵਿੱਚ ਕੀਤੀ ਤੇ ਮਾਹਲਵਾਰੀ सैटलमेंट ਇਹਨਾਂ ਨੇ 1833 ਦੇ ਵਿੱਚ ਕੀਤੀ ਸੀ। परमानेंट सैटलमेंट लॉर्ड कॉर्नवालिस ने जोहन शोरे ਦੇ ਉੱਤੇ ਕਹਿਣ ਦੇ ਉੱਤੇ ਕੀਤੀ ਸੀ। सो स्टार्ट करते हैं परमानेंट सैटल बारे कि परमानेंट सैटलमेंट है की सी। सो बहुत इंपॉर्टेंट है एग्जाम पॉइंट ऑफ व्यू नाल, किहड़े एरिया दे विच कीती गई ये भी एग्जाम दे विच पुछया जांदा है। ठीक है, की सी, कदों कीती गई, किस दे द्वारा कीती गई, इहदे एडवांटेज एंड डिसएडवांटेजेस की रही हैं। सो सब तो पहला आपां गल करिए कि परमानेंट सैटलमेंट दी, तो परमानेंट सैटलमेंट इंडिया दे बंगाल, बिहार एंड उड़ीसा दे रीजन दे विच होई सी। 1793 ਦੇ ਵਿੱਚ ਇਹ ਸੈਟਲਮੈਂਟ ਕੀਤੀ ਗਈ ਸੀ। ਇਹ ਸੈਟਲਮੈਂਟ ਕਿਸ ਦੇ ਦੁਆਰਾ ਕੀਤੀ ਗਈ ਸੀ? ਇਹ ਸੈਟਲਮੈਂਟ ਲਾਰਡ ਕਾਰਨਵਾਲਿਸ ਨੇ ਕੀਤੀ ਸੀ। ਕਿਸ ਦੀ ਰეკਮੈਂਡੇਸ਼ਨ ਦੇ ਉੱਤੇ, ਕਿਸ ਦੇ ਕਹਿਣ ਦੇ ਉੱਤੇ? ਜੋਹਨ ਸ਼ੋਰੇ ਦੇ ਕਹਿਣ ਦੇ ਉੱਤੇ ਇਹ ਸੈਟਲਮੈਂਟ ਕੀਤੀ ਗਈ ਸੀ 1793 ਦੇ ਵਿੱਚ। ਪਰਮਾਨੈਂਟ ਸੈਟਲਮੈਂਟ ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛੀ ਗਈ ਹੈ। ਹੁਣ ਇਹ ਪਰਮਾਨੈਂਟ ਸੈਟਲਮੈਂਟ ਹੁੰਦੀ ਕੀ ਸੀ, ਸਮਝਣ ਦੀ ਕੋਸ਼ਿਸ਼ ਕਰਨਾ ਕਿ ਪਰਮਾਨੈਂਟ ਸੈਟਲਮੈਂਟ ਹੈ ਕੀ ਸੀ। देखो परमानेंट सैटलमेंट की सी कि इन्होंने एक जिमीदार, इसनूं जिमीदार प्रथा भी कहा जाता है। समटाइम एग्जाम दे विच परमानेंट सैटलमेंट पूछा जाएगा या फिर जिमीदार प्रथा पूछा जाएगा। सो इसनूं जिमीदार प्रथा भी कहा जाता है। होया की सी, इन्होंने की कीता, परमानेंट सैटलमेंट दे विच जो पिंड दे जिमीदार सी उन्हां नूं पिंड दे जमीनां दे की बना दिता गया, मालक बना दिता गया। पिंड दे जिमीदारां नूं पिंड दी जमीनां दे मालक बना दिता गया ते जिहड़े किसान सन, फार्मर सन, जो उन्हां जमीनां दे मालक सन उन्हां नूं टेंट सेट विल बना दिता गया। मतलब उन्हां नूं किराएदार बना दिता गया कि तुसी इस जमीन दे उत्ते खेती करोगे, प्रोडक्शन करोगे ते तुसी जिहड़ा टैक्स है, जिहड़ा रेवेन्यू है वो किसनूं दे दोगे? वो दवोगे तुसी जिमीदार नूं। सो जिमीदार की करेगा? जिमीदार वो टैक्स कलैक्ट करेगा उन्हां फार्मर्स तो ते वो किन्हां नूं दवेगा? वो दवेगा अपने ब्रिटिश ईस्ट इंडिया कंपनी नूं। सो ये सी परमानेंट सैटलमेंट कि इन्हां ने जिमीदारां नूं जमीनां दे मालक बना दिता सी ते किसानां नूं उन्हां जमीनां दे किराएदार बना दिता सी। सो जिस नाल की हुंदा सी कि किसान सी जो उस दे उत्ते मेहनत करदा सी, उस तो कमाई करदा सी ते वो कमाई जिमीदार नूं दिंदा सी ते जिमीदार उस कमाई नूं ब्रिटिश ईस्ट इंडिया कंपनी दे कोल दिंदा सी। हुण की यह फायदेमंद रही परमानेंट सैटलमेंट? पहली गल, ये जो परमानेंट सैटलमेंट सी ये बहुत ज़्यादा सप्रैसिव सी। कहण दा भाव इहदे विच जो अपने किसान सन वो पूरे तरीके दे नाल दब चुके सन करजे दे हेठां। क्यों? क्योंकि इहदे विच की रखिया गया सी परमानेंट, किसी भी जगह नूं कोई किसी जमीन नूं मापिया नहीं सी गया ਜਾਂ ਫਿਰ ਨਾ ਹੀ ਉਹਨਾਂ ਜ਼ਮੀਨਾਂ ਦੀ ਮੇਜ਼ਰਮੈਂਟ ਕੀਤੀ ਗਈ ਸੀ ਤੇ ਨਾ ਹੀ ਉਹਨਾਂ ਦੇ ਵਿੱਚ ਦੇਖਿਆ ਗਿਆ ਸੀ ਕਿ ਇਹ ਪ੍ਰੋਡਕਸ਼ਨ ਇਹਨਾਂ ਜ਼ਮੀਨਾਂ ਦੇ ਵਿੱਚ ਕਿਸ ਤਰੀਕੇ ਦੀ ਹੁੰਦੀ ਹੈ। ਜਸਟ ਰੈਂਡਮਲੀ ਪਿਛਲੇ ਸਾਲਾਂ ਦੀ ਉਹਨਾਂ ਦੀ ਮਾੜੀ ਮੋਟੀ ਪ੍ਰੋਡਕਸ਼ਨ ਦੇਖ ਕੇ ਕਹਿ ਦਿੱਤਾ ਗਿਆ ਸੀ ਕਿ ਇਸ ਜ਼ਮੀਨ ਦੇ ਵਿੱਚੋਂ ਇੰਨਾ ਫਿਕਸਡ ਟੈਕਸ ਲਿਆ ਜਾਏਗਾ, ਪਰਮਾਨੈਂਟ ਕਰ ਦਿੱਤਾ ਸੀ। ਹੁਣ ਇਹਦੇ ਵਿੱਚ ਡਿਸਐਡਵਾਂਟੇजेस ਵੀ ਹੋਈਆਂ ਤੇ ਕੁਝ ਐਡਵਾਂਟੇजेस ਵੀ ਹੋਈਆਂ। ਐਡਵਾਂਟੇजेस मतलब फायदे। सो मैं तुहानूं दस चुकी हाँ कि इहदे विच होया की सी, इहदे विच लैंडलॉर्ड्स और जिमीदार वर रिकॉगनाइज्ड एज द ऑनर ऑफ द लैंड। कहंदे जिहड़े जिमीदार सी उन्हां नूं जो जमीनां सी उन्हां दे मालक बना दिता गया सी। एंड कहंदे दे वर गिवन द हैरिडिटी राइट ऑफ सक्सैशन ऑफ लैंड अंडर दैम। कहंदे हैरिडिटी देता सी कि तुहाडी अगे जिहड़ी भी कुल आंदी जाएगी वो इन्हां जमीनां दी मालक बनदी जाएगी।
ਨੈਕਸਟ ਹੈ ਕਹਿੰਦੇ ਦ ਅਮਾਊਂਟ ਪੇਡ ਬਾਈ ਦ ਲੈਂਡਲॉर्ड्स ਵਾਸ ਫਿਕਸਡ। ਕਹਿੰਦੇ ਜਿਹੜਾ ਟੈਕਸ ਦੇਣਾ ਸੀ ਜ਼ਿਮੀਂਦਾਰਾਂ ਨੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ, ਉਸਨੂੰ ਫਿਕਸ, ਉਸਨੂੰ ਪਰਮਾਨੈਂਟ ਕਰ ਦਿੱਤਾ ਸੀ ਕਿ ਇੰਨਾ ਟੈਕਸ ਤੁਸੀਂ ਦੇਣਾ। ਇਟ ਵਾਸ ਐਗਰੀਡ that this would not increase in future। ਕਹਿੰਦੇ ਇਸ ਚੀਜ਼ ਦੇ ਉੱਤੇ ਮਤਾ ਪਾਸ ਕੀਤਾ ਗਿਆ ਕਿ ਇਸ ਟੈਕਸ ਨੂੰ ਇਨ ਫਿਊਚਰ ਆਉਣ ਵਾਲੇ ਸਮੇਂ ਦੇ ਵਿੱਚ ਵਧਾਇਆ ਨਹੀਂ ਜਾਏਗਾ। ਕਹਿੰਦੇ ਕਲਟੀਵੇਟਰਸ ਬਿਕਮ ਟੈਂਟਸ ਐਟ ਵਿਲ। ਕਹਿੰਦੇ ਜਿਹੜੇ ਕਿਸਾਨ ਸੀ ਜੋ ਉਸ ਜ਼ਮੀਨ ਦੇ ਉੱਤੇ ਖੇਤੀ ਕਰਦੇ ਸਨ, ਉਹਨਾਂ ਨੂੰ ਜ਼ਮੀਨਾਂ ਦੇ ਕਿਰਾਏਦਾਰ ਬਣਾ ਦਿੱਤਾ ਗਿਆ ਸੀ। The settlement took away the administrative and judicial function of ਜ਼ਿਮੀਂਦਾਰ। ਕਹਿੰਦੇ ਇਹਦੇ ਚ ਨਾ ਉਹਨਾਂ ਨੇ ਜ਼ਿਮੀਂਦਾਰਾਂ ਨੂੰ ਐਡਮਿਨਿਸਟ੍ਰੇਟਿਵ ਸਿਸਟਮ, ਪੁਲਿਸ ਵਾਲਿਆਂ ਤੋਂ ਦੂਰ ਰੱਖਿਆ ਸੀ, ਤਾਂ ਜੋ ਜ਼ਿਮੀਂਦਾਰ ਪੁਲਿਸ ਮੈਨ ਦਾ ਸਹਾਰਾ ਲੈ ਕੇ ਕਿਸਾਨਾਂ ਨੂੰ ਜਬਰਨ ਕੀ ਨਾ ਕਰ ਸਕਣ, ਸਪਰੈਸ ਨਾ ਕਰ ਸਕਣ। ਕਹਿੰਦੇ ਹੁਣ ਇਸ ਦੀਆਂ ਐਡਵਾਂਟੇजेस, ਇਸ ਸੈਟਲਮੈਂਟ ਦੇ ਫਾਇਦੇ ਕੀ ਰਹੇ ਨੇ ਉਹ ਦੇਖਾਂਗੇ। ਦੇਖੋ ਪਹਿਲਾਂ ਮੋਟਾ ਦੇਖ ਲੈਨੇ ਫਾਇਦੇ ਕੀ ਹੀ ਰਹੇ ਹੋ ਸਕਦੇ ਨੇ। ਇਹਦੇ ਵਿੱਚ ਜ਼ਿਮੀਂਦਾਰਾਂ ਨੂੰ ਕੀ ਫਾਇਦਾ ਹੋਇਆ ਕਿ ਜ਼ਿਮੀਂਦਾਰ ਉਹਨਾਂ ਦੇ ਮਾਲਕ ਬਣ ਗਏ, ਜ਼ਮੀਨਾਂ ਦੇ ਮਾਲਕ ਬਣ ਗਏ। ਸੈਕਿੰਡ, ਆਪਣੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਕੀ ਫਾਇਦਾ ਹੋਇਆ ਸੀ ਕਿ ਉਹਨਾਂ ਨੇ ਪਰਮਾਨੈਂਟ ਕੀ ਕਰਤੀ ਸੀ, ਅਮਾਊਂਟ ਫਿਕਸ ਕਰਤਾ ਸੀ ਕਿ ਇੰਨਾ ਅਮਾਊਂਟ ਅਸੀਂ ਲਵਾਂਗੇ ਹੀ ਲਵਾਂਗੇ, ਚਾਹੇ ਉਹਨਾਂ ਦੀ ਜ਼ਮੀਨਾਂ ਦੇ ਵਿੱਚ ਪੈਦਾਵਾਰ ਹੋ ਰਹੀ ਹੈ ਕਿਸਾਨਾਂ ਦੀ, ਚਾਹੇ ਨਹੀਂ ਹੋ ਰਹੇ, ਬਟ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਟੈਕਸ ਮਿਲਣਾ ਹੀ ਚਾਹੀਦਾ। ਬਟ ਇਹ ਸ਼ੁਰੂਆਤ 'ਚ ਹੀ ਉਹਨਾਂ ਨੂੰ ਫਾਇਦਾ ਹੋਇਆ ਸੀ, ਬਾਅਦ ਦੇ ਵਿੱਚ ਇਸ ਸੈਟਲਮੈਂਟ ਦਾ ਨੁਕਸਾਨ ਹੀ ਹੋਇਆ ਸੀ। ਹੁਣ ਦੇਖੀਏ ਕੀ ਉਹਨਾਂ ਦੀਆਂ ਫਾਇਦੇ ਰਹੇ ਨੇ। ਕਹਿੰਦੇ ਦਾ ਅਮਾਊਂਟ ਦੈਟ ਹੈਡ ਟੂ ਬੀ ਪੇਡ ਐਸ ਰੈਵਨਿਊ ਵਾਸ ਫਿਕਸਡ ਐਂਡ ਪਰਮਾਨੈਂਟ। ਕਹਿੰਦੇ ਉਹਨਾਂ ਨੇ ਜਿਹੜਾ ਰੈਵਨਿਊ ਸੀ ਜਾਂ ਤੁਸੀਂ ਕਹਿ ਦਿਓ ਜਿਹੜਾ ਉਹਨਾਂ ਨੂੰ ਟੈਕਸ ਦਿੰਦੇ ਸਨ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ, ਉਹ ਪੂਰੇ ਤਰੀਕੇ ਦੇ ਨਾਲ ਫਿਕਸ ਕਰ ਦਿੱਤਾ ਗਿਆ ਸੀ, ਪਰਮਾਨੈਂਟ ਕਰ ਦਿੱਤਾ ਗਿਆ ਸੀ। ਇਹਦੇ 'ਚ ਕੋਈ ਦੂਜੀ ਰਾਏ ਨਹੀਂ ਸੀ ਕਿ ਉਹਨਾਂ ਦੇ ਕਿਸਾਨਾਂ ਦੇ ਕੋਲ ਪੈਦਾਵਾਰ ਹੋ ਰਹੀ ਹੈ ਕਿ ਨਹੀਂ ਹੋ ਰਹੀ, ਬਟ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਉਹਨਾਂ ਦਾ ਟੈਕਸ ਮਿਲਣਾ ਸੀ। ਨੈਕਸਟ ਹੈ ਕਹਿੰਦੇ even though the amount of revenue was fixed, the ਜ਼ਿਮੀਂਦਾਰ were benefited from the increasing in the production in the so ਜ਼ਿਮੀਂਦਾਰਾਂ ਨੂੰ ਵੀ ਕੀ ਸੀ, ਜ਼ਿਮੀਂਦਾਰ ਕੀ ਕਰਦੇ ਸਨ, ਸਪਰੈਸ ਕਰਦੇ ਸਨ, ਉਹਨਾਂ ਤੋਂ ਪੈਸਾ ਲੈਂਦੇ ਸਨ ਤੇ ਉਹਨਾਂ ਨੂੰ ਦੇ ਦਿੰਦੇ ਸਨ। ਬਟ with this the ਜ਼ਿਮੀਂਦਾਰ got the encouragement to improve the production of land। ਕਹਿੰਦੇ ਇਹਦੇ ਨਾਲ ਨਾ ਦੇਖੋ ਅਮਾਊਂਟ ਤਾਂ ਉਹਨਾਂ ਨੇ ਫਿਕਸ ਕਰਤਾ ਸੀ, ਕੀ ਕੀਤਾ ਸੀ, ਅਮਾਊਂਟ ਫਿਕਸ ਕਰਤਾ ਸੀ। ਹੁਣ ਜ਼ਿਮੀਂਦਾਰ ਕੀ ਕਰਦੇ ਸਨ, ਜ਼ਿਮੀਂਦਾਰ ਉਹਦੀ ਪ੍ਰੋਡਕਸ਼ਨ ਨੂੰ ਵਧਾਉਣ ਦੇ ਲਈ ਕਹਿੰਦੇ ਜੇ ਕਿਸਾਨ ਦੀ ਪ੍ਰੋਡਕਸ਼ਨ ਜ਼ਿਆਦਾ ਹੋਏਗੀ, ਜਿਹੜਾ ਉੱਪਰ ਵਾਲਾ ਪੈਸਾ ਹੋਵੇਗਾ ਉਹ ਅਸੀਂ ਰੱਖਾਂਗੇ, ਜਿਹੜਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਫਿਕਸ ਟੈਕਸ ਹੈ ਉਹਨੂੰ ਵਾਪਿਸ ਕਰ ਦਾਂਗੇ। ਤਾਂ ਉਹਨਾਂ ਨੇ ਪ੍ਰੋਡਕਸ਼ਨ ਵੱਲ, ਉਹਨਾਂ ਦੇ ਲੈਂਡਸ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਸੀ, ਕਿਹਨਾਂ ਨੇ, ਜ਼ਿਮੀਂਦਾਰਾਂ ਨੇ। ਕਹਿੰਦੇ ਵੈਨ ਪ੍ਰੋਡਕਸ਼ਨ ਇੰਪਰੂਵਡ ਐਂਡ ਐਕਸਪੈਂਡਡ ਜ਼ਿਮੀਂਦਾਰ ਬੈਨੀਫਿਟਡ ਦ ਮੋਸਟ। ਕਹਿੰਦੇ ਜੇ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਸੀ ਤਾਂ ਇਸ ਦਾ ਬੈਨੀਫਿਟ ਕਿਹਨਾਂ ਨੂੰ ਹੁੰਦਾ ਸੀ, ਜ਼ਿਮੀਂਦਾਰਾਂ ਨੂੰ ਹੁੰਦਾ ਸੀ। ਬਟ ਕਹਿੰਦੇ ਜਿੰਨੀਆਂ ਇਹਦੀਆਂ ਐਡਵਾਂਟੇजेस ਸੀ ਉਸ ਤੋਂ ਜ਼ਿਆਦਾ ਇਹਦੀਆਂ ਕੀ ਸੀ, ਡਿਸਐਡਵਾਂਟੇजेस ਸੀ, ਇਸ ਦੇ ਨੁਕਸਾਨ ਸਨ। ਸੋ ਨੁਕਸਾਨ ਅਗਰ ਮੋਟੇ ਦੇਖੇ ਜਾਣ ਤਾਂ ਕਿਹੜੇ ਨੁਕਸਾਨ ਸੀ। ਪਹਿਲੀ ਗੱਲ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਨੁਕਸਾਨ ਦੇਖਦੇ ਹਾਂ ਕਿ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਕੀ ਕੀਤਾ, ਰੈਂਟ ਨੂੰ ਜਾਂ ਤੁਸੀਂ ਟੈਕਸ ਨੂੰ ਕੀ ਕਰਤਾ ਸੀ, ਉਹਨਾਂ ਨੇ ਫਿਕਸਡ ਕਰਤਾ ਸੀ। ਜਦੋਂ ਟੈਕਸ ਨੂੰ ਫਿਕਸ ਕਰਤਾ ਤਾਂ ਹੋ ਸਕਦਾ ਹੈ ਕਿ ਨੈਕਸਟ ਈਅਰ ਕਿਸਾਨਾਂ ਦੀ ਪ੍ਰੋਡਕਸ਼ਨ ਜ਼ਿਆਦਾ ਹੋ ਜੇ। ਜੇ ਪ੍ਰੋਡਕਸ਼ਨ ਕਿਸਾਨਾਂ ਦੀ ਜ਼ਿਆਦਾ ਹੋ ਗਈ ਨੈਕਸਟ ਈਅਰ ਤਾਂ ਫਾਇਦਾ ਬ੍ਰਿਟਿਸ਼ ਈਸਟ ਇੰਡੀਆ ਨੂੰ ਕੰਪਨੀ ਨੂੰ ਕੋਈ ਨਹੀਂ ਸੀ, ਕਿਉਂਕਿ ਉਹਨਾਂ ਨੇ ਤਾਂ ਫਿਕਸ ਅਮਾਊਂਟ ਹੀ ਲੈਣਾ ਸੀ। ਸੋ ਇਨ ਦੀਸ ਕੇਸਿਸ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਕੀ ਹੋਇਆ, ਨੁਕਸਾਨ ਹੋਇਆ। ਹੁਣ ਜ਼ਿਮੀਂਦਾਰਾਂ ਦਾ ਨੁਕਸਾਨ ਸੁਣ ਲਓ ਕਿ ਜ਼ਿਮੀਂਦਾਰ ਜੇ ਤਾਂ ਪ੍ਰੋਡਕਸ਼ਨ ਜ਼ਿਆਦਾ ਹੋ ਗਈ ਤਾਂ ਜ਼ਿਮੀਂਦਾਰਾਂ ਦਾ ਫਾਇਦਾ ਹੈ, ਜੇ ਪ੍ਰੋਡਕਸ਼ਨ ਘੱਟ ਹੋ ਗਈ ਤਾਂ ਉਹਨਾਂ ਨੂੰ ਆਪਣੇ ਪੱਲਿਓਂ ਟੈਕਸ ਦੇਣਾ ਪੈਂਦਾ ਸੀ। ਜੇ ਆਪਣੇ ਪੱਲਿਓਂ ਟੈਕਸ ਦੇਣਾ ਪੈਂਦਾ ਸੀ, ਕਈ ਵਾਰ ਉਹ ਆਪਣੇ ਪੱਲਿਓਂ ਟੈਕਸ ਨਹੀਂ ਸੀ ਦੇ ਪਾਉਂਦੇ ਤਾਂ ਉਹਨਾਂ ਦੀਆਂ ਜ਼ਮੀਨਾਂ, ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਦੀ ਉਪਾਧੀ ਤੋਂ ਹਟਾ ਦਿੱਤਾ ਜਾਂਦਾ ਸੀ ਤੇ ਲੈਂਡਲॉर्ड्स ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਦਿੱਤੀਆਂ ਜਾਂਦੀਆਂ ਸਨ। ਸੋ ਇਹ ਸੀ ਨੁਕਸਾਨ ਜ਼ਿਮੀਂਦਾਰਾਂ ਦਾ। ਹੁਣ ਤੀਸਰਾ ਨੁਕਸਾਨ ਸੁਣ ਲਓ ਕਿਸਾਨਾਂ ਦਾ। ਦੇਖੋ ਕਿਸਾਨ ਕਈ ਵਾਰ ਕੀ ਹੁੰਦਾ ਸੀ, ਪ੍ਰੋਡਕਸ਼ਨ ਉਨੀ ਪੈਦਾਵਾਰ ਨਹੀਂ ਸੀ ਹੁੰਦੀ, ਬਟ ਜਿਹੜਾ ਜ਼ਿਮੀਂਦਾਰ ਸੀ ਉਹ ਉਹਨਾਂ ਦੇ ਉੱਤੇ ਜ਼ਬਰਦਸਤੀ ਕਰਦਾ ਸੀ ਕਿ ਸਾਨੂੰ ਕੀ ਦਵੇ, ਟੈਕਸ ਕਿਸਾਨ ਦਵੇ, ਜਿਹਦੇ ਕਰਕੇ ਕਿਸਾਨਾਂ ਨੂੰ ਕਰਜ਼ਾ ਚੁੱਕਣਾ ਪੈਂਦਾ ਸੀ ਤੇ ਉਹ ਕਰਜ਼ੇ ਦੇ ਥੱਲੇ, ਡੈਟ ਦੇ ਥੱਲੇ ਦਬਦੇ ਜਾ ਰਹੇ ਸਨ। ਸੋ ਇਹ ਸਾਰੀਆਂ ਡਿਸਐਡਵਾਂਟੇजेस ਸੀ ਡਿਫਰੈਂਟ ਟਰਮਸ ਦੇ ਵਿੱਚ ਪਰਮਾਨੈਂਟ ਸੈਟਲਮੈਂਟ ਦੀਆਂ।
ਸੋ ਪਰਮਾਨੈਂਟ ਸੈਟਲਮੈਂਟ ਦੀਆਂ ਖਾਮੀਆਂ ਨੂੰ ਦੇਖਦੇ ਹੋਏ ਸੈਟਲਮੈਂਟ ਨੂੰ ਚੇਂਜ ਕੀਤਾ ਗਿਆ। ਐਗਰੀਕਲਚਰ ਸਿਸਟਮ ਨੂੰ ਚੇਂਜ ਕੀਤਾ ਗਿਆ। ਕਿਸ ਸੈਟਲਮੈਂਟ ਦੇ ਨਾਲ ਚੇਂਜ ਕੀਤਾ ਸੀ? ਰਾਇਤਵਾਰੀ ਸਿਸਟਮ ਦੇ ਨਾਲ। ਹੁਣ ਪਰਮਾਨੈਂਟ ਸੈਟਲਮੈਂਟ ਨੂੰ ਚੇਂਜ ਕਰਤਾ ਸੀ ਰਾਇਤਵਾਰੀ ਸਿਸਟਮ ਦੇ ਨਾਲ। ਹੁਣ ਆਪਾਂ ਦੇਖਿਆ ਕਿ ਪਰਮਾਨੈਂਟ ਸੈਟਲਮੈਂਟ ਕਿਸ ਏਰੀਏ ਦੇ ਵਿੱਚ ਸੀ? ਬੰਗਾਲ, ਬਿਹਾਰ ਐਂਡ ਉੜੀਸਾ ਦੇ ਵਿੱਚ। ਔਨ ਦਾ ਅਦਰ ਹੈਂਡ ਜੇ ਗੱਲ ਕੀਤੀ ਜਾਵੇ ਸਾਡੀ ਰਾਇਤਵਾਰੀ ਸੈਟਲਮੈਂਟ ਦੀ ਤਾਂ ਇਹ ਮਦਰਾਸ ਤੇ ਮੁੰਬਈ ਦੇ ਵਿੱਚ ਸਟਾਰਟ ਕੀਤੀ ਗਈ ਸੀ। ਠੀਕ ਹੈ, ਮਦਰਾਸ ਤੇ ਮੁੰਬਈ, ਬੰਬੇ ਦੇ ਵਿੱਚ ਇਹ ਚੀਜ਼ਾਂ ਸਟਾਰਟ ਕੀਤੀ ਗਈ ਸੀ ਇਹ ਸੈਟਲਮੈਂਟ। ਤੇ ਇਹ ਸੈਟਲਮੈਂਟ ਨੂੰ ਸਟਾਰਟ ਕਦੋਂ ਕੀਤਾ ਸੀ? ਇਸ ਨੂੰ 1820 ਦੇ ਵਿੱਚ ਸਟਾਰਟ ਕੀਤਾ ਗਿਆ ਸੀ। ਥਰਡ ਐਗਜ਼ਾਮੀਨਰ ਦਾ ਕੁਐਸਚਨ ਹੋਏਗਾ ਕਿ ਇਸ ਸੈਟਲਮੈਂਟ ਨੂੰ ਕਿਸ ਦੇ ਦੁਆਰਾ ਸਟਾਰਟ ਕੀਤਾ ਗਿਆ ਸੀ? ਤਾਂ ਆਨਸਰ ਹੋਏਗਾ ਇਸ ਸੈਟਲਮੈਂਟ ਨੂੰ ਥਾਮਸ ਮੁਨਰੋ ਦੇ ਦੁਆਰਾ ਸਟਾਰਟ ਕੀਤਾ ਗਿਆ ਸੀ। ਬਹੁਤ ਇੰਟਰਸਟਿੰਗ ਜੇ ਕੁਐਸਚਨਸ ਹੁੰਦੇ ਨੇ ਐਗਜ਼ਾਮੀਨਰ ਦੇ। ਹੁਣ ਇਸ ਰਾਇਤਵਾਰੀ ਸੈਟਲਮੈਂਟ ਦੇ ਵਿੱਚ ਕੀ ਹੋਇਆ ਸੀ, ਜਸ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਰਾਇਤਵਾਰੀ ਸੈਟਲਮੈਂਟ ਨੇ ਦੇ ਵਿੱਚ ਇਹਨਾਂ ਨੇ ਜ਼ਿਮੀਂਦਾਰਾਂ ਨੂੰ ਚੱਕਤਾ ਸੀ। ਠੀਕ ਹੈ, ਬਸ ਇਸ ਨੂੰ ਐਵੇਂ ਯਾਦ ਰੱਖਣਾ ਕਿ ਜ਼ਿਮੀਂਦਾਰ ਇਹਨਾਂ ਨੇ ਕੱਢ ਕੇ ਮਾਰੇ ਸਨ। ਹੁਣ ਕੀ ਕੀਤਾ ਇਹਨਾਂ ਨੇ? ਜਿਹੜੇ ਕਿਸਾਨ ਸੀ ਜੋ ਜ਼ਮੀਨਾਂ ਦੇ ਉੱਤੇ ਖੇਤੀ ਕਰਦੇ ਸਨ ਉਹਨਾਂ ਨੂੰ ਹੀ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ ਗਿਆ ਸੀ। ਤੇ ਹੁਣ ਟੈਕਸ ਜਿਹੜਾ ਕਲੈਕਟ ਕਰਨਾ ਸੀ ਉਹ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਡਾਇਰੈਕਟਲੀ ਉਹਨਾਂ ਕਿਸਾਨਾਂ ਤੋਂ ਹੀ ਟੈਕਸ ਕਲੈਕਟ ਕਰਦੀ ਸੀ। ਤੇ ਹੁਣ ਟੈਕਸ ਦਾ ਸਿਸਟਮ ਕੀ ਰੱਖਿਆ ਗਿਆ ਸੀ? ਹੁਣ ਰੱਖਿਆ ਤਾਂ ਕੁਝ ਫਿਕਸ ਹੀ ਸੀ, ਬਟ ਕੁਝ ਐਵੇਂ ਕਹਿਤਾ ਸੀ ਕਿ 20 ਸਾਲਾਂ ਦੇ ਲਈ ਇੰਨਾ ਟੈਕਸ ਲਿਆ ਜਾਏਗਾ। ਫਰਦਰ ਆਉਣ ਵਾਲੇ ਸਾਲਾਂ ਦੇ ਵਿੱਚ ਇਸ ਦੀ ਪ੍ਰੋਡਕਸ਼ਨ ਨੂੰ ਦੇਖਦੇ ਹੋਏ, ਮੇਜ਼ਰਮੈਂਟ ਕਰਦੇ ਹੋਏ ਉਸ ਨੂੰ ਕੀ ਕਰ ਦਿੱਤਾ ਜਾਏਗਾ? ਚੇਂਜ ਕਰ ਦਿੱਤਾ ਜਾਏਗਾ। ਸੋ ਹੁਣ ਜਿਹੜਾ ਰੱਖਿਆ ਸੀ ਟੈਕਸ ਉਸਨੂੰ ਕੁਝ ਲਿਮਟਡ ਟਾਈਮ ਦੇ ਲਈ ਫਿਕਸ ਕਰ ਦਿੱਤਾ ਗਿਆ ਸੀ। ਆਫਟਰ ਦੈਟ ਉਸ ਦੇ ਵਿੱਚ ਕੁਝ ਚੇਂਜਸ ਕਰਨੀਆਂ ਸਨ। ਸੋ ਇਹ ਸੀ ਰਾਇਤਵਾਰੀ ਸਿਸਟਮ। ਹੁਣ ਰਾਇਤਵਾਰੀ ਸਿਸਟਮ ਦੇ ਵਿੱਚ ਵੀ ਕੁਝ ਦੇਖੋ ਉਹੀ ਕਹਿ ਦਿੰਦੇ ਨੇ ਹਰ ਇੱਕ ਚੀਜ਼ ਦੇ ਕੀ ਹੁੰਦੇ ਨੇ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ ਇਕੱਠੇ ਹੀ ਹੁੰਦੇ ਨੇ। ਹੁਣ ਰਾਇਤਵਾਰੀ ਸੈਟਲਮੈਂਟ ਦੇ ਕੀ ਇੰਪੈਕਟ ਪਏ? ਇਸ ਦੇ ਨਾਲ ਕੀ ਹੋਇਆ? ਥੋੜੇ ਜਿਹੇ ਆਪਣੇ ਜੋ ਕਿਸਾਨ ਸਨ, ਦੇਖੋ ਪਹਿਲਾਂ ਤਾਂ ਕਿਸਾਨਾਂ ਨੂੰ ਸਪਰੈਸ ਕਰਨਾ ਸੀ ਜ਼ਿਮੀਂਦਾਰਾਂ ਨੇ, ਉਹ ਤਾਂ ਕੁਝ ਖੈਰ ਉਹਨਾਂ ਦੇ ਭਰਾ ਭਰੂ ਸੀ, ਥੋੜੀ ਰਾਇਤ ਕਰ ਦਿੰਦੇ ਸਨ। ਹੁਣ ਜਿਹੜੇ ਪੀਸੈਂਟ ਸਨ ਜਾਂ ਤੁਸੀਂ ਕਹਿ ਲਓ ਜਿਹੜੇ ਕਿਸਾਨ ਸਨ ਉਹ ਕਿਹਨਾਂ ਦੇ ਅੰਡਰ ਆ ਚੁੱਕੇ ਸਨ? ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ। ਜੇਕਰ ਕਿਸਾਨਾਂ ਕੋਲ ਟੈਕਸ ਨਹੀਂ ਸੀ ਦਿੱਤਾ ਜਾਂਦਾ ਤਾਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਉਹਨਾਂ ਦੇ ਉੱਤੇ ਪੂਰੇ ਜ਼ੁਲਮ ਕਰਦੀ ਸੀ। ਇਹ ਤਾਂ ਨੁਕਸਾਨ ਹੋ ਗਿਆ ਕਿਸਾਨਾਂ ਦੇ ਲਈ, ਬਟ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਲਈ ਕੀ ਨੁਕਸਾਨ ਹੋਇਆ ਸੀ ਕਿ ਉਹਨਾਂ ਨੂੰ ਹੁਣ ਡਾਇਰੈਕਟ ਕੱਲੇ ਕਿਸਾਨ ਦੇ ਕੋਲ ਜਾ ਕੇ ਕੀ ਕਰਨਾ ਪੈਂਦਾ ਸੀ? ਟੈਕਸ ਕਲੈਕਟ ਕਰਨਾ ਪੈਂਦਾ ਸੀ, ਜਿਸ ਦੇ ਕਰਕੇ ਉਹਨਾਂ ਨੂੰ ਪੂਰਾ ਨਾ ਤਾਂ ਟੈਕਸ ਮਿਲਦਾ ਸੀ ਤੇ ਬਹੁਤ ਸਾਰੀਆਂ ਹੋਰ ਵੀ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਸੀ। ਸੋ ਇਹ ਸੀ ਰਾਇਤਵਾਰੀ ਸੈਟਲਮੈਂਟ। ਨੈਕਸਟ ਆਪਾਂ ਗੱਲ ਕਰਦੇ ਆਪਣੀ ਮਾਹਲਵਾਰੀ ਸੈਟਲਮੈਂਟ ਦੇ ਵਿੱਚ ਕਿ ਮਾਹਲਵਾਰੀ ਸੈਟਲਮੈਂਟ ਕਦੋਂ ਸਟਾਰਟ ਕੀਤੀ ਗਈ ਸੀ। ਸੋ ਮਾਹਲਵਾਰੀ ਸੈਟਲਮੈਂਟ ਸਾਡੀ ਸਟਾਰਟ ਕੀਤੀ ਗਈ ਸੀ 1833 ਦੇ ਵਿੱਚ। ਬਰਡ ਮੈਕੈਂਜੀ ਨੇ ਸਟਾਰਟ ਕੀਤਾ ਸੀ ਇਸ ਨੂੰ। ਕਿਸਨੇ? ਮੈਕੈਂਜੀ ਨੇ ਸਟਾਰਟ ਕੀਤਾ ਸੀ। 1833 ਦੇ ਵਿੱਚ ਇਸ ਨੂੰ ਸਟਾਰਟ ਕੀਤਾ ਗਿਆ ਸੀ। ਕਿਹੜੇ ਏਰੀਆ ਦੇ ਵਿੱਚ ਸਟਾਰਟ ਕੀਤਾ ਗਿਆ ਸੀ? ਪੰਜਾਬ ਐਂਡ ਸੈਂਟਰਲ ਪ੍ਰੋਵਿੰਸਿਸ ਦੇ ਵਿੱਚ ਤੇ ਨਾਰਥ ਵੈਸਟਰਨ ਪ੍ਰੋਵਿੰਸਿਸ ਦੇ ਵਿੱਚ ਇਸ ਨੂੰ ਸਟਾਰਟ ਕੀਤਾ ਗਿਆ ਸੀ। ਐਗਜ਼ਾਮ ਦੇ ਵਿੱਚ ਕੁਐਸਚਨ ਆ ਸਕਦਾ ਹੈ ਕਿ ਪੰਜਾਬ ਦੇ ਵਿੱਚ ਕਿਹੜੀ ਸੈਟਲਮੈਂਟ ਸਟਾਰਟ ਕੀਤੀ ਗਈ ਸੀ? ਤਾਂ ਮਾਹਲਵਾਰੀ ਸੈਟਲਮੈਂਟ ਸਟਾਰਟ ਕੀਤੀ ਗਈ ਸੀ। ਐਂਡ ਮਾਹਲਵਾਰੀ ਸੈਟਲਮੈਂਟ ਸਭ ਤੋਂ ਘੱਟ ਸਪਰੈਸਿਵ ਸੀ। ਠੀਕ ਹੈ, ਇਹਦੇ ਵਿੱਚ ਸਭ ਤੋਂ ਘੱਟ ਕਿਸਾਨਾਂ ਦੇ ਉੱਤੇ ਜ਼ੁਲਮ ਕੀਤੇ ਗਏ ਸੀ ਮਾਹਲਵਾਰੀ ਸੈਟਲਮੈਂਟ ਦੇ ਵਿੱਚ। ਮੈਕੈਂਜੀ ਨੇ ਸਟਾਰਟ ਕੀਤੀ ਸੀ 1833 ਦੇ ਵਿੱਚ। ਪੰਜਾਬ ਸੈਂਟਰਲ ਪ੍ਰੋਵਿੰਸਿਸ ਐਂਡ ਨਾਰਥ ਵੈਸਟ ਪ੍ਰੋਵਿੰਸਿਸ ਦੇ ਵਿੱਚ ਇਸ ਸਿਸਟਮ ਨੂੰ ਸਟਾਰਟ ਕੀਤਾ ਗਿਆ ਸੀ। ਸੋ ਹੋਪਫੁਲੀ ਤੁਹਾਨੂੰ ਕਲੀਅਰ ਹੋਇਆ ਹੋਏਗਾ। ਇਸ ਤੋਂ ਇਲਾਵਾ ਅਗਰ ਮਾਹਲਵਾਰੀ ਸੈਟਲਮੈਂਟ ਦੇ ਵਿੱਚ ਇਹਨਾਂ ਨੇ ਕੀਤਾ ਕੀ ਸੀ? ਮਾਹਲਵਾਰੀ ਸੈਟਲਮੈਂਟ ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀ ਕਿ ਕਿਸਾਨਾਂ ਨੂੰ ਉਹਨਾਂ ਦੇ ਓਨਰ ਹੀ ਬਣਾ ਕੇ ਰੱਖਿਆ ਸੀ। ਉਹਨਾਂ ਨੇ ਇੱਕ ਪਿੰਡ ਦਾ ਇੱਕ ਹੈੱਡ ਚੁਣ ਲਿਆ ਸੀ। ਠੀਕ ਹੈ, ਪਿੰਡ ਦਾ ਇੱਕ ਹੈੱਡ ਚੁਣ ਲਿਆ ਸੀ ਕਿ ਸਾਰੇ ਪਿੰਡ ਦੇ ਕਿਸਾਨ ਇਸ ਹੈੱਡ ਨੂੰ ਕੀ ਦੇਣਗੇ? ਟੈਕਸ ਦੇਣਗੇ। ਦੈਨ ਇਹ ਜੋ ਆਪਣਾ ਹੈੱਡ ਹੈ ਇਹ ਸਾਰਾ ਟੈਕਸ ਕਲੈਕਟ ਕਰਕੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਦੇਗਾ। ਸੋ ਸਮਝਣਾ ਹੈ ਦੈਟਸ ਇਟ। ਤੁਹਾਡਾ ਕੰਮ ਕੀ ਹੈ? ਸਮਝਣਾ ਕਿ ਮਾਹਲਵਾਰੀ ਸੈਟਲਮੈਂਟ ਦੇ ਵਿੱਚ ਕੀ ਹੋਇਆ, ਕਦੋਂ ਸਟਾਰਟ ਕੀਤੀ, ਕਿਸਨੇ ਸਟਾਰਟ ਕੀਤੀ, ਕਿਹੜੇ ਏਰੀਆ ਦੇ ਵਿੱਚ ਸਟਾਰਟ ਕੀਤੀ।
परमानेंट सैटलमेंट किसने स्टार्ट की सी परमानेंट सैटलमेंट किहड़े एरियाज दे विच ते किसके द्वारा स्टार्ट की गई सी। सो ये इंपैक्ट रहे ने ब्रिटिश ईस्ट इंडिया कंपनी दे इंडिया दी एग्रीकल्चर दे उत्ते, जो बहुत बार एग्जाम दे विच पूछे जाते हैं। परमानेंट सैटलमेंट, रायतवारी सैटलमेंट एंड थर्ड वन इज अ माहलवारी सैटलमेंट। हुण आपां गल करांगे कि इंडिया दी कमर्शियल ते इंडस्ट्रीयल एरिया दे विच की इंपैक्ट रहे ने ब्रिटिश ईस्ट इंडिया कंपनी दे। एक गलबात आपां कर रहे 1813 दे समय दी। इन्हां ने की कीता, बस ये तुसी एक गल याद रखनी है कि इंडिया दे विच इंडस्ट्री दे मामले दे विच गल कीती जावे तां इंडिया दे विच डी इंडस्ट्रीलाइजेशन ही हुई है जस्ट, ठीक है। की होया इंडिया दे विच जस्ट डी इंडस्ट्रीलाइजेशन हुई है। 1813 के समय दे विच अपना ब्रिटिश दे विच जां यूके दे विच कह दो कि फैक्ट्रीज जां इंडस्ट्रीज लगनियां स्टार्ट हो चुकियां सन, ठीक है। उत्थे फैक्ट्रीज जां इंडस्ट्रीज लगनियां स्टार्ट हो चुकियां सन। करदे की सी वो इंडिया दे विचों जेड़ा रॉ मटीरियल है, रॉ मटीरियल की हुंदा कच्चा माल, जिवें कॉटन हो गया जां होर जो कच्चा माल है वो इंडिया दे विचों लैके जांदे सन ब्रिटिश ईस्ट इंडिया कंपनी। उसनू ब्रिटिश दे विच जाके महंगे भाव ते वेच के उहदी की बनाए जांदे सन, कपड़े बनाए जांदे सन जां कुछ भी बनाया जांदा सी ते ओह सारा कित्थे आउंदा सी, इंडिया दे बाजारां दे विच आउंदा सी, जो बहुत सस्ते भाव दे उत्ते विकदा सी। सो इहदे नाल की होया, जेहड़े इंडिया दे हत्थां नाल काम करन वाले कारीगर सन, उन्हां दा जिहड़ा काम सी ओह बिल्कुल ठप्प हो गया सी, क्योंकि इंडिया दे नाल नाल बाकी सारे राज्यां जां बाकी सारे देशां दे विच, बाकी सारे कंट्रीज दे विच भी सारियां मार्केट्स किन्हां नाल भर चुकियां सन, ब्रिटिशर्स दे माल नाल जां ब्रिटिशर्स दी आउटपुट दे नाल भर चुकियां सन। सो इन्हां ने की कीता कि इंडिया नूं एक कच्चे माल दी जां रॉ मटीरियल दी कलोनी बनाता सी, ना कि इंडिया दे विच कोई फैक्ट्री इस्टैबलिश कीती सी। इंडिया दे विच किसी तरीके दी कोई इंडस्ट्री इस्टैबलिश नहीं सी कीती जा रही, क्योंकि इंडिया दे विचों जिहड़ा रॉ मटीरियल है वो ब्रिटिश दे विच लैके जांदे सन, उत्थे अपनियां फैक्ट्रीज इन्हां ने इस्टैबलिश कीतियां सन। सो इंडिया दा जिहड़ा रॉ मटीरियल सी, कच्चा माल सी, उसनूं सस्ते भाव च लै जांदे सन ते उत्थे वधिया अपनी इनकम करदे सन। सो इंडिया दे विच किसी तरीके दी कोई भी इंडस्ट्री नहीं सी लगाई गई। सो इंडिया दे विच उस समय की होया सी, जस्ट डी इंडस्ट्रीलाइजेशन हुई सी इंडिया दे विच, दैट्स इट। इंडिया दे विच की होया सी, जस्ट डी इंडस्ट्रीलाइजेशन हुई सी, क्योंकि जेकर इंडिया दे विच फैक्ट्रीज ते इंडस्ट्रीज लग जांदियां ते इन्हां नूं इंडिया दे विचों रॉ मटीरियल लैके जाना बहुत औखा हो जाना सी। सो ये गल याद रखनी है। नैक्सट आपां गल करदे हां कि इंडिया दे विच ब्रिटिश ईस्ट इंडिया कंपनी ने डेवलपमेंट्स की कीतियां ने, ठीक है, किहड़ियां कुछ विकास किहड़ा करके गए ने। जदों भी असीं इंडिया दी ब्रिटिश ईस्ट इंडिया कंपनी दी इंडिया दे विच डेवलपमेंट बारे सोचदे हां तां सानूं रेलवे सिस्टम याद आ जांदा, ठीक है, कि उन्होंने रेलवे सिस्टम इंडिया दे विच स्टार्ट कीता सी। इस तो इलावा पोस्टेज सिस्टम इंडिया दे विच स्टार्ट कीता सी। इस तो इलावा अपने की कह देंदे ने पब्लिक इंप्लॉयमेंट दे लई जो ऑफिस बनाए गए सी, ठीक है, ये सब कुछ की इन्होंने कीता सी ब्रिटिश ईस्ट इंडिया कंपनी ने। हुण अगर इन्हां दी डेवलपमेंट की लिस्ट चक्की जाए तो सब तो पहला आउंदे ने अपने रेलवेज। सब तो पहला क्वेश्चन एग्जामिनर दा होएगा कि इंडिया दे विच रेलवे पहली रेल कदों चली सी। मोस्ट फेवरेट क्वेश्चन है एग्जामिनर दा कि इंडिया दे विच जिहड़ी पहली रेल सी वो कदों चली सी। 1853 दे विच चली सी, ठीक है। सैकेंड क्वेश्चन हुंदा है कि केड़ी जगह तो केड़ी जगह चली सी। सो बॉम्बे टू थाने चली सी, ठीक है, बॉम्बे टू थाने चली सी। ते इंडिया दे विच जो रेल सिस्टम है वो किसके द्वारा स्टार्ट किया गया सी? लॉर्ड डलहौजी दे द्वारा स्टार्ट किया गया सी, ठीक है जी। लॉर्ड डलहौजी ने इंडिया दे विच रेलवे सिस्टम स्टार्ट किया सी। पहली रेल इंडिया दे विच 1853 दे विच बॉम्बे टू थाने चली सी। इस तो इलावा जे आपां गल कीती जावे कि पहली रेलवे लाइन कनैक्टिंग द कोलकाता टू रानीगंज कोलफील्ड दे लई कोलफील्ड दे कलकत्ते तो रानीगंज 1854 दे विच लगी सी। अगर पूछा जाए पंजाब दे विच पहली रेल चली सी 1859 दे विच
ਅੰਮ੍ਰਿਤਸਰ ਟੂ ਮੁਲਤਾਨ ਤੱਕ ਚੱਲੀ ਸੀ, ਇਹ ਵੀ ਨੋਟ ਡਾਊਨ ਕਰ ਲੈਣਾ ਹੈ, ਠੀਕ ਹੈ। ਅੰਮ੍ਰਿਤਸਰ ਟੂ ਮੁਲਤਾਨ ਤੱਕ ਚੱਲੀ ਸੀ ਪੰਜਾਬ ਦੇ ਵਿੱਚ ਰੇਲ। ਫਿਰ ਸੋਚਾਂਗੇ ਬਈ ਜੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਾਲੇ ਇੰਨੇ ਬੁਰੇ ਸੀ, ਉਹਨਾਂ ਨੇ ਇੰਡੀਆ ਦੇ ਵਿੱਚ ਚੰਗਾ ਕੰਮ ਕਿਵੇਂ ਕੀਤਾ? ਰੇਲਵੇ ਸਿਸਟਮ, ਬਈ ਉਹਦੇ ਵਿੱਚ ਵੀ ਉਹਨਾਂ ਨੇ ਆਪਣਾ ਹੀ ਫਾਇਦਾ ਸੋਚਿਆ ਸੀ। ਪਹਿਲਾ ਫਾਇਦਾ ਸੋਚਿਆ ਉਹਨਾਂ ਨੇ ਕਿ ਸਾਡੀਆਂ ਲੜਾਈਆਂ ਤਾਂ ਇੰਡੀਆ ਦੇ ਵਿੱਚ ਇੰਨੀਆਂ ਹੁੰਦੀਆਂ ਨੇ, ਕਦੇ ਸਾਨੂੰ ਆਪਣੀ ਆਰਮੀ ਚੱਕ ਕੇ ਇੱਕ ਜਗ੍ਹਾ ਦੂਸਰੀ ਜਗ੍ਹਾ ਲੈ ਕੇ ਜਾਣੀ ਪੈਂਦੀ ਹੈ, ਕਦੇ ਦੂਸਰੀ ਜਗ੍ਹਾ, ਇਹਦੇ ਨਾਲ ਸਾਡਾ ਖਰਚਾ ਬਹੁਤ ਹੁੰਦਾ ਹੈ। ਜੇ ਅਸੀਂ ਇੰਡੀਆ ਦੇ ਵਿੱਚ ਰੇਲ ਸਿਸਟਮ ਚਲਾ ਲਾਂਗੇ, ਇੱਕ ਤਾਂ ਜਲਦੀ, ਇੱਕ ਬਹੁਤ ਚੀਪਲੀ ਅਸੀਂ ਆਰਮੀ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾ ਸਕਦੇ ਹਾਂ। ਪਹਿਲਾ ਕਾਰਨ ਉਹਨਾਂ ਦਾ ਸੈਲਫਿਸ਼ਨੈਸ, ਇੱਥੇ ਪਹਿਲੀ ਸੈਲਫਿਸ਼ ਉਹਨਾਂ ਨੇ ਇੱਥੇ ਸੋਚੀ ਕਿ ਹਾਂ ਅਸੀਂ ਆਪਣੀ ਆਰਮੀ ਨੂੰ ਲੈ ਕੇ ਜਾ ਸਕਦੇ ਹਾਂ। ਸੈਕਿੰਡ, ਉਹਨਾਂ ਨੇ ਆਪਣਾ ਕੀ ਸੋਚਿਆ ਕਿ ਸਾਡੇ ਕਈ ਲੋਕ ਬ੍ਰਿਟਿਸ਼ ਦੇ ਵਿੱਚ ਬੈਠੇ ਨੇ ਜਿਨ੍ਹਾਂ ਕੋਲ ਪੈਸਾ ਬਹੁਤ ਹੈ ਤੇ ਉਹ ਪੈਸੇ ਨੂੰ ਉਹ ਇਨਵੈਸਟ ਕਰਨਾ ਚਾਹੁੰਦੇ ਨੇ, ਤਾਂ ਉਹ ਕੀ ਕਰ ਸਕਦੇ ਨੇ? ਇੰਡੀਆ ਦੇ ਵਿੱਚ ਇਨਵੈਸਟ ਕਰ ਸਕਦੇ ਨੇ, ਆਪਣਾ ਬਿਜ਼ਨਸ ਚਲਾ ਸਕਦੇ ਨੇ। ਕਿਸ ਤਰੀਕੇ ਦੇ ਨਾਲ? ਕਿ ਇੰਡੀਆ ਦੇ ਵਿੱਚ ਅਸੀਂ ਰੇਲਵੇ ਸਿਸਟਮ ਸਟਾਰਟ ਕਰਾਂਗੇ, ਉਹਦੇ ਵਿੱਚ ਉਹਨਾਂ ਦੇ ਪੈਸੇ ਦੀ ਇਨਵੈਸਟਮੈਂਟ ਹੋਏਗੀ, ਚਾਹੇ ਸਾਨੂੰ ਫਾਇਦਾ ਹੋਵੇ ਚਾਹੇ ਸਾਨੂੰ ਨੁਕਸਾਨ ਹੋਵੇ, ਬਟ ਉਹਨਾਂ ਨੂੰ 5% ਪ੍ਰੋਫਿਟ ਦਿੱਤਾ ਹੀ ਜਾਏਗਾ। ਸੋ ਇਹ ਰੀਜ਼ਨ ਸੀ ਜਿੰਨਾ ਕਰਕੇ ਉਹਨਾਂ ਨੇ ਇੰਡੀਆ ਦੇ ਵਿੱਚ ਕੀ ਕੀਤਾ ਸੀ? ਡਿਵੈਲਪਮੈਂਟ ਕੀਤੀ ਸੀ। ਕਾਦੇ ਵਿੱਚ? ਰੇਲਵੇ ਸਟਾਰਟ ਕਰਕੇ। ਸੈਕਿੰਡ, ਉਹਨਾਂ ਨੇ ਇੰਡੀਆ ਦੇ ਵਿੱਚ ਹੋਰ ਕੀ ਡਿਵੈਲਪਮੈਂਟ ਕੀਤੀ ਕਿ ਪੋਸਟਲ ਰਿਫਾਰਮਸ ਕੀਤੀਆਂ, ਪੋਸਟੇਜ ਸਿਸਟਮ ਸਟਾਰਟ ਕੀਤਾ। ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਜੋ ਪੋਸਟੇਜ ਸਿਸਟਮ ਹੈ ਉਹ ਕਦੋਂ ਸਟਾਰਟ ਕੀਤਾ ਗਿਆ ਸੀ? 1854 ਦੇ ਵਿੱਚ ਕੀਤਾ ਗਿਆ ਸੀ। ਕਿਸ ਦੇ ਦੁਆਰਾ ਕੀਤਾ ਗਿਆ ਸੀ? ਲਾਰਡ ਡਲਹੌਜ਼ੀ ਦੇ ਦੁਆਰਾ ਕੀਤਾ ਗਿਆ ਸੀ। ਕਹਿੰਦੇ ਡਲਹੌਜ਼ੀ ਇੰਟਰੋਡਿਊਸਡ ਯੂਨੀਫਾਰਮ ਪੋਸਟੇਜ ਰੇਟ, ਯੂਨੀਵਰਸਲ ਸਰਵਿਸ ਐਂਡ ਹੈਲਪ ਟੂ ਪਾਸ ਦਾ ਇੰਡੀਆ ਪੋਸਟ ਆਫਿਸ ਐਕਟ 1854। ਦੈਟਸ ਇਟ। ਤੁਸੀਂ ਯਾਦ ਰੱਖਣਾ ਕਿ ਪੋਸਟੇਜ ਸਿਸਟਮ ਕਦੋਂ ਸਟਾਰਟ ਕੀਤਾ ਗਿਆ ਸੀ ਤੇ ਕਿਸ ਦੇ ਦੁਆਰਾ ਸਟਾਰਟ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪਬਲਿਕ ਆਫਿਸ ਵੀ, ਪਬਲਿਕ ਇੰਪਲੋਇਮੈਂਟ ਆਫਿਸ ਬਣਾਏ ਸੀ, ਬ੍ਰਿਜਿਸ ਬਣਾਏ ਸੀ, ਬਿਲਡਿੰਗਸ ਬਣਾਈਆਂ ਸੀ, ਉਹ ਵੀ ਸਭ ਕੁਝ ਲਾਰਡ ਡਲਹੌਜ਼ੀ ਦੇ ਟਾਈਮ ਪੀਰੀਅਡ ਦੇ ਵਿੱਚ ਹੀ ਹੋਇਆ ਸੀ। ਹੁਣ ਆਪਾਂ ਕੁਝ ਸੋਸ਼ਲ ਰਿਫਾਰਮਸ ਦੇਖ ਲੈਂਦੇ ਹਾਂ ਕਿ ਉਹਨਾਂ ਨੇ ਇੰਡੀਆ ਦੇ ਵਿੱਚ ਕੁਝ ਸੋਸ਼ਲ ਰਿਫਾਰਮਸ ਵੀ ਕੀਤੀਆਂ ਸੀ। ਉਹ ਕਿਹੜੀਆਂ ਸੀ ਸੋਸ਼ਲ ਰਿਫਾਰਮਸ? ਇਸ ਤੋਂ ਇਲਾਵਾ ਲਾਰਡ ਡਲਹੌਜ਼ੀ ਦੇ ਸਮੇਂ ਦੇ ਉੱਤੇ ਯੂਨੀਵਰਸਿਟੀਜ਼ ਵੀ ਬਣੀਆਂ ਸੀ। ਕਲਕੱਤਾ, ਬੰਬੇ ਤੇ ਮਦਰਾਸ ਦੇ ਵਿੱਚ 3 ਯੂਨੀਵਰਸਿਟੀ ਵੀ ਬਣੀਆਂ ਸੀ ਲਾਰਡ ਡਲਹੌਜ਼ੀ ਦੇ ਟਾਈਮ ਪੀਰੀਅਡ ਦੇ ਵਿੱਚ 1857 ਦੇ ਵਿੱਚ। ਇਸ ਤੋਂ ਇਲਾਵਾ ਸੋਸ਼ਲ ਰਿਫਾਰਮਸ ਦੇਖਦੇ ਹਾਂ। ਸਭ ਤੋਂ ਪਹਿਲਾਂ ਅਬੋਲਿਸ਼ਨ ਆਫ ਸਤੀ ਪ੍ਰਥਾ, ਕਿ ਸਤੀ ਪ੍ਰਥਾ ਕਿਸ ਦੇ ਦੁਆਰਾ ਖਤਮ ਕੀਤੀ ਗਈ ਸੀ? 1829 ਦੇ ਵਿੱਚ ਸਤੀ ਪ੍ਰਥਾ ਵਿਲੀਅਮ ਬੈਂਟਿਕ ਨੇ ਖਤਮ ਕੀਤੀ ਸੀ। ਕਿਸ ਇੰਡੀਆ ਦਾ ਕਿਹੜਾ ਹੈਲਪਰ ਸੀ? ਰਾਜਾ ਰਾਮ ਮੋਹਨ ਰਾਏ। ਅਗਰ ਪੁੱਛਿਆ ਜਾਵੇ, ਦੋ ਤਰੀਕੇ ਨਾਲ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਕਿਹੜਾ ਬੰਦਾ ਸੀ? ਤਾਂ ਵਿਲੀਅਮ ਬੈਂਟਿਕ ਸੀ, ਠੀਕ ਹੈ। ਅਗਰ ਇਹ ਉਹੀ ਬੰਦਾ ਹੈ ਜਿਹੜਾ ਪਹਿਲਾ ਗਵਰਨਰ ਜਨਰਲ ਆਫ ਇੰਡੀਆ ਬਣਿਆ ਸੀ। ਫਸਟ ਗਵਰਨਰ ਆਫ ਜਨਰਲ ਆਫ ਇੰਡੀਆ 1833 ਦੇ ਵਿੱਚ ਬਣਿਆ ਸੀ ਵਿਲੀਅਮ ਬੈਂਟਿਕ। ਤੇ ਵਿਲੀਅਮ ਬੈਂਟਿਕ ਹੀ ਸੀ ਜਿਸ ਨੇ ਇੰਡੀਆ ਦੇ ਵਿੱਚ ਸਤੀ ਪ੍ਰਥਾ ਨੂੰ ਖਤਮ ਕੀਤਾ ਸੀ। ਕਿਸ ਦੇ ਨਾਲ ਮਿਲ ਕੇ? ਰਾਜਾ ਰਾਮ ਮੋਹਨ ਰਾਏ ਦੇ ਨਾਲ ਮਿਲ ਕੇ। ਇਸ ਤੋਂ ਇਲਾਵਾ ਅਬੋਲਿਸ਼ਨ ਆਫ ਸਲੇਵਰੀ ਸਿਸਟਮ 1843 ਦੇ ਵਿੱਚ ਐਲਨਬਰਗ ਨੇ ਖਤਮ ਕੀਤਾ ਸੀ, ਠੀਕ ਹੈ। 1843 ਦੇ ਵਿੱਚ ਐਲਨਬਰਗ ਨੇ ਕੀਤਾ ਸੀ ਖਤਮ। ਇੰਪੋਰਟੈਂਟ ਚੀਜ਼ਾਂ ਇਹ ਮਿਸਲੀਨੀਅਸ ਕਨਸੈਪਟ ਜਿਹੜੇ ਐਗਜ਼ਾਮ ਦੇ ਵਿੱਚ ਪੁੱਛੇ ਗਏ ਨੇ ਤੇ ਪੁੱਛੇ ਜਾ ਸਕਦੇ ਨੇ। ਇਸ ਤੋਂ ਇਲਾਵਾ ਵਿਡੋ ਰੀਮੈਰਿਜ ਐਕਟ ਕਿਸਨੇ ਪਾਸ ਕਰਵਾਇਆ ਸੀ? ਮੋਸਟ ਇੰਪੋਰਟੈਂਟ ਕੁਐਸਚਨ ਹੈ ਕਿ ਵਿਡੋ ਰੀਮੈਰਿਜ ਐਕਟ 1856 ਦੇ ਵਿੱਚ ਲਾਰਡ ਡਲਹੌਜ਼ੀ ਨੇ, ਤੇ ਇੰਡੀਅਨ ਕੌਣ ਸੀ? ਈਸ਼ਵਰ ਚੰਦਰ ਵਿਦਿਆਸਾਗਰ। ਅਗਰ ਇੰਡੀਅਨ ਪੁੱਛਿਆ ਜਾਵੇ ਤਾਂ ਈਸ਼ਵਰ ਚੰਦਰ ਵਿਦਿਆਸਾਗਰ ਸੀ। ਅਗਰ ਬ੍ਰਿਟਿਸ਼ਰ ਪੁੱਛਿਆ ਜਾਵੇ ਤਾਂ ਕੌਣ ਸੀ? ਲਾਰਡ ਡਲਹੌਜ਼ੀ ਸੀ। ਇਸ ਤੋਂ ਇਲਾਵਾ ਫੀਮੇਲ ਇਨਫੈਂਟੀਸਾਈਡ ਦੇ ਉੱਤੇ ਬੈਨ ਕਿਸਨੇ ਲਗਵਾਇਆ ਸੀ? 1795 ਦੇ ਵਿੱਚ ਜੌਨ ਸ਼ੋਰੇ ਨੇ ਲਗਵਾਇਆ ਸੀ। ਕਿਸਨੇ ਲਗਵਾਇਆ ਸੀ? ਜੌਨ ਸ਼ੋਰੇ ਨੇ ਲਗਾਇਆ ਸੀ। ਸੋ ਇਹ ਸੀ ਅੱਜ ਦਾ ਸਾਡਾ ਲੈਕਚਰ ਸੀ, ਬਹੁਤ ਇੰਟਰਸਟਿੰਗ ਤੇ ਬਹੁਤ ਇੰਪੋਰਟੈਂਟ ਐਗਜ਼ਾਮ ਪੁਆਇੰਟ ਆਫ ਵਿਊ ਨਾਲ। ਹੋਪਫੁਲੀ ਤੁਹਾਨੂੰ ਸਮਝ ਆ ਗਿਆ ਹੋਏਗਾ। ਸੋ ਅਗਰ ਤੁਹਾਨੂੰ ਪਸੰਦ ਆਇਆ ਤਾਂ ਪਲੀਜ਼ ਲੈਕਚਰ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਹੈ। ਸੋ ਮਿਲਦੇ ਨੈਕਸਟ ਲੈਕਚਰ ਦੇ ਵਿੱਚ। ਥੈਂਕ ਯੂ ਸੋ ਮਚ।